ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅਸੀਂ ਸੁਣਾਂਗੇ ਸਾਖੀ ਕਬੀਰ ਜੀ ਨੂੰ ਹਾਥੀ ਅੱਗੇ ਸੁੱਟਣਾ। ਬਾਦਸ਼ਾਹ ਦਾ ਹੁਕਮ ਹੋਇਆ ਕਬੀਰ ਜੀ ਨੂੰ ਮਸਤ ਹਾਥੀ ਅੱਗੇ ਸੁੱਟਣਾ ਹੈ, ਸੋ ਹਾਥੀ ਲਿਆਂਦਿਆ ਗਿਆ। ਮਹਾਵਤ ਨੂੰ ਦੱਸਿਆ ਗਿਆ ਕਿ ਉਸਦਾ ਹਾਥੀ ਕਬੀਰ ਜੀ ਨੂੰ ਕੁਚਲ ਸੁੱਟੇ, ਕਿਉਂਕਿ ਬਾਦਸ਼ਾਹ ਹੁਕਮ ਮਾਰ ਦੇਣ ਦਾ ਸੀ। ਕਬੀਰ ਜੀ ਨੇ ਆਪ ਇਸ ਪ੍ਰਥਾਏ ਸ਼ਬਦ ਉਚਾਰਿਆ ਹੈ। ਆਪ ਜੀ ਫਰਮਾਉਂਦੇ ਹਨ, ਜਿਸ ਦਾ ਅਰਥ ਹੈ, ਕਬੀਰ ਜੀ ਦੱਸਦੇ ਹਨ, ਹਾਕਮਾਂ ਨੇ ਮੇਰੀਆਂ ਬਾਹੀਂ ਬੰਨੀਆਂ ਤੇ ਗੁੱਛਮ ਗੁੱਛਾ ਕਰਕੇ ਹਾਥੀ ਦੀ ਸੁੰਡ ਅੱਗੇ ਸੁੱਟ ਦਿੱਤਾ। ਉਸ ਵੇਲੇ ਹਾਥੀ ਬਹੁਤ ਗੁੱਸੇ ਵਿੱਚ ਸੀ, ਪਰ ਜਿਉਂ ਹੀ ਕਬੀਰ ਜੀ ਡਿੱਗੇ ਤਾਂ ਹਾਥੀ ਉਲਟਾ ਚੀਕਾਂ ਮਾਰਨ ਲੱਗ ਪਿਆ। ਉਸਨੇ ਤਾਂ ਉਹਨਾਂ ਕੋਲੋਂ ਪੁੱਛਣਾ ਚਾਹਿਆ, ਐ ਮੂਰਖੋ, ਇਹ ਕੀ ਕਰਦੇ ਹੋ? ਇਸ ਮੂਰਤੀ ਕਬੀਰ ਜੀ ਤੋਂ ਤਾਂ ਮੈਂ ਬਲਿਹਾਰੇ ਜਾਂਦਾ ਹਾਂ। ਐਸੇ ਪੁਰਸ਼ ਨੂੰ ਮੇਰੇ ਅੱਗੇ ਸੁੱਟਿਆ, ਜਿਹੜਾ ਰਾਮ ਦਾ ਭਜਨ ਕਰਦਾ ਹੈ। ਵਾਹ ਦਾਤਾ, ਇਹ ਕੀ ਖੇਡ ਹੈ? ਕਬੀਰ ਜੀ ਆਖਦੇ ਹਨ, ਅਨੋਖਾ ਕੌਤਕ ਸੀ। ਹੇ ਮੇਰੇ ਠਾਕੁਰ, ਤੇਰੀ ਲੀਲਾ ਅਪਾਰ ਹੈ। ਕਾਜ਼ੀ ਮਹਾਵਤ ਨੂੰ ਗੁੱਸੇ ਹੁੰਦਾ ਸੀ ਕਿ ਉਹ ਹਾਥੀ ਨੂੰ ਅੱਗੇ ਹੋ ਕੇ ਤੋਰੇ। ਇੱਥੋਂ ਤੱਕ ਕਿ ਮਹਾਵਤ ਨੂੰ ਕ੍ਰੋਧ ਨਾਲ ਆਖਦਾ ਸੀ, ਤੈਨੂੰ ਮਰਵਾ ਦਿਆਂਗਾ, ਇਸ ਨੂੰ ਸੱਟਾ ਮਾਰ ਕੇ ਤੋੜ ਤਾਂ ਕਿ ਕਬੀਰ ਭਗਤ ਚਰਨਾਂ ਹੇਠ ਦਲਿਆ ਜਾਏ। ਕਬੀਰ ਜਿਉਂਦਾ ਨਹੀਂ ਰਹਿਣਾ ਚਾਹੀਦਾ, ਪਰ ਮਹਾਵਤ ਅੱਗੋਂ ਹੱਥ ਜੋੜ ਖਲੋਤਾ। ਉਸਨੇ ਆਖਿਆ, ਹੇ ਕਾਜ਼ੀ, ਦੇਖਦਾ ਨਹੀਂ ਮੈਂ ਕੁੰਡੇ ਮਾਰ ਰਿਹਾ, ਪਰ ਹਾਥੀ ਤਾਂ ਇੱਕ ਪੈਰ ਅੱਗੇ ਨਹੀਂ ਹੁੰਦਾ। ਮੇਰਾ ਕੀ ਜ਼ੋਰ? ਇਉਂ ਜਾਪਦਾ ਕਿ ਇਸ ਦੇ ਹਿਰਦੇ ਵਿੱਚ ਭਗਵਾਨ ਵੱਸਦਾ ਹੈ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਸੋਂ ਖਾ ਭਲਾ ਸਾਧ ਨੇ ਕੀ ਗੁਨਾਹ ਕੀਤਾ ਜੋ ਉਸਨੂੰ ਪੋਟਲੀ ਵਾਂਗ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ? ਦੇਖਦੇ ਨਹੀਂ, ਅੰਨੇ ਹੋ ਜੋ ਹਾਥੀ ਤਾਂ ਉਸਨੂੰ ਨਮਸਕਾਰ ਕਰ ਰਿਹਾ। ਮੂਰਖ ਕਾਜੀ ਨਾ ਸਮਝਿਆ। ਵੈਸੇ ਵੀ ਉਹ ਗਿਆਨੀ ਸੀ, ਜਿਸਨੇ 3 ਵਾਰ ਪਰਖ ਕੀਤੀ, ਪਰ ਉਸਦਾ ਕਰੜਾ ਮਨ ਅਜੇ ਵੀ ਨਾ ਮੰਨਿਆ। ਪਰ ਕਬੀਰ ਜੀ ਆਖਦੇ ਹਨ, ਅਸਾਂ ਦਾ ਗੋਬਿੰਦ ਚੌਥੇ ਪਦ ਵਿੱਚ ਰਹਿੰਦਾ ਹੈ, ਕਿਸੇ ਨੂੰ ਵੀ ਨਹੀਂ ਦਿਖਾਈ ਦਿੰਦਾ ਤੇ ਰਾਖੀ ਹਰ ਇੱਕ ਦੀ ਕਰਦਾ ਹੈ। ਗੱਲ ਕੀ ਕਿ ਹਾਥੀ ਕਬੀਰ ਜੀ ਨੂੰ ਕੁਝ ਆਖਣ ਦੀ ਥਾਂ ਦੂਸਰੇ ਪਾਸੇ ਜੰਗਲ ਨੂੰ ਨੱਠ ਉੱਠਿਆ। ਮਹਾਵਤ ਨੂੰ ਸੁੱਟ ਕੇ ਮਾਰ ਦਿੱਤਾ। ਉਹ ਜੰਗਲ ਨੂੰ ਐਸਾ ਗਿਆ, ਮੁੜ ਨਾ ਆਇਆ। ਉਸਨੇ ਰਾਜ ਸੇਵਾ ਛੱਡ ਦਿੱਤੀ। ਹਾਥੀ ਜੂਨ ਤੋਂ ਛੁਟਕਾਰਾ ਪਾ ਕੇ ਰਾਮ ਜੀ ਦੀ ਮਰਜ਼ੀ ਨਾਲ ਜੀਵਨ ਮੁਕਤ ਹੋ ਗਿਆ। ਕਾਜ਼ੀ ਤੇ ਹਾਕਮ ਹੱਥ ਮਲਦੇ ਰਹਿ ਗਏ, ਉਹਨਾਂ ਦੇ ਹੱਥ ਕੁਝ ਨਾ ਆਇਆ। ਕਾਜ਼ੀ ਤੇ ਮੁੱਲਾ ਪੰਡਤ ਸਭ ਸ਼ਰਮਿੰਦੇ ਹੋਏ ਜੋ ਕਬੀਰ ਜੀ ਦੇ ਦੁਸ਼ਮਣ ਸਨ, ਪਰ ਕਬੀਰ ਜੀ ਦੇ ਸ਼ਰਧਾਲੂ ਤਾਂ ਉੱਚੀ ਉੱਚੀ ਕੂਕ ਕੇ ਆਖਣ ਲੱਗੇ, ਕਬੀਰ ਵੱਡਾ ਭਗਤ ਹੈ, ਰਾਮ ਦਾ ਭਗਤ। ਅਹਿਲਕਾਰ ਬਾਦਸ਼ਾਹ ਸਿਕੰਦਰ ਲੋਧੀ ਕੋਲ ਪਹੁੰਚੇ। ਉਹਨਾਂ ਨੇ ਆਖਿਆ, ਹੇ ਬਾਦਸ਼ਾਹ ਸਲਾਮਤ, ਉਹ ਤਾਂ ਨਹੀਂ ਮਰਦਾ। ਅੱਗ ਪਾਣੀ ਤੇ ਹਾਥੀ ਉਸ ਨੂੰ ਮਾਰ ਨਹੀਂ ਸਕੇ। ਉਹ ਤਾਂ ਸੱਚ ਹੀ ਕੋਈ ਖੁਦਾਈ ਬੰਦਾ ਹੈ। ਸਾਰੀ ਕਾਂਸ਼ੀ ਵਿੱਚ ਸਗੋਂ ਉਸ ਦਾ ਜਸ ਹੋਣ ਲੱਗ ਪਿਆ ਕਿ ਬਿਆਨ ਨਹੀਂ ਕੀਤਾ ਜਾਂਦਾ। ਸਾਰੇ ਲੋਕ ਬਾਦਸ਼ਾਹ ਦੀ ਨਿੰਦਾ ਕਰ ਰਹੇ ਹਨ। ਕਾਜ਼ੀਆਂ ਤੇ ਪੰਡਤਾਂ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਮਾਮਲਾ ਐਸਾ ਹੈ, ਦੱਸੋ ਹੁਣ ਕੀ ਕਰੀਏ? ਅਸੀਂ ਤਾਂ ਬਹੁਤ ਤੰਗ ਆਏ ਹਾਂ। ਸਾਡੇ ਘਰ ਦੇ ਬਾਲ ਬੱਚੇ ਸਭ ਤੰਗ ਹਨ, ਬਿਮਾਰ ਪੈ ਗਏ ਹਨ। ਸਿਕੰਦਰ ਲੋਧੀ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਮਿਲਿਆ ਸੀ, ਪਰ ਹੰਕਾਰ ਦੇ ਨਾਲ ਉਸਦੀ ਮੱਤ ਮਾਰੀ ਗਈ ਸੀ। ਉਹ ਛੇਤੀ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਿਆ ਸੀ, ਆਪ ਹੁਦਰੀਆਂ ਕਰਨ ਲੱਗਾ ਸੀ। ਕਬੀਰ ਜੀ ਦੇ ਅਗਨ ਵਿੱਚ ਨਾ ਸੜਨ ਦੀ ਵਾਰਤਾ ਸੁਣ ਕੇ ਉਸਦੀ ਸੁੱਤੀ ਆਤਮਾ ਜਾਗ ਪਈ। ਹਾਥੀ ਨੇ ਵੀ ਕਬੀਰ ਨੂੰ ਨਹੀਂ ਮਾਰਿਆ। ਇਸ ਗੱਲ ਤੋਂ ਉਸ ਨੂੰ ਧਿਆਨ ਹੋਇਆ। ਅੱਖਾਂ ਖੁੱਲੀਆਂ। ਆਪਣੀ ਮੂਰਖਤਾ ਉੱਤੇ ਉਹ ਪਛਤਾਇਆ। ਸਾਰੀ ਗੱਲ ਸੁਣ ਕੇ ਉਸਨੇ ਅਹਿਲਕਾਰ ਨੂੰ ਆਖਿਆ ਕਿ ਕਬੀਰ ਨੂੰ ਇੱਕ ਵਾਰ ਹੋਰ ਸੱਦ ਕੇ ਲਿਆ ਸਕਦੇ ਹੋ ਮੇਰੇ ਕੋਲ? ਜਿਵੇਂ ਬਾਦਸ਼ਾਹ ਸਲਾਮਤ ਦੀ ਆਗਿਆ ਹੋਵੇ, ਨਫਰ ਨੇ ਉੱਤਰ ਦਿੱਤਾ ਸੀ। ਅੱਛਾ, ਜਾਓ, ਉਸ ਨੂੰ ਸੱਦ ਕੇ ਲਿਆਓ। ਦੇਖੋ, ਤੰਗ ਨਹੀਂ ਕਰਨਾ, ਮੰਦਾ ਸ਼ਬਦ ਨਹੀਂ ਬੋਲਣਾ, ਆਦਰ ਨਾਲ ਲਿਆਓ। ਦੇਖੋ, ਖੁਦਾ ਦਾ ਬੰਦਾ ਹੈ ਜੋ ਗੁੱਸੇ ਨਾ ਹੋਏ। ਉਸ ਦਾ ਸਤਿਕਾਰ ਕਰਦੇ ਆਓ। ਆਖੋ, ਬਾਦਸ਼ਾਹ ਖਿਮਾ ਮੰਗਦਾ, ਜਾਓ, ਦੇਰ ਨਾ ਕਰੋ। ਬਾਦਸ਼ਾਹ ਦਾ ਫਰਮਾਨ ਸੁਣ ਕੇ ਨਫਰ ਕਬੀਰ ਜੀ ਨੂੰ ਲਿਆਉਣ ਵਾਸਤੇ ਦੌੜ ਗਏ। ਪਹਿਲਾਂ ਘਰ ਪੁੱਜੇ, ਕਬੀਰ ਜੀ ਘਰ ਨਹੀਂ ਸਨ। ਫਿਰ ਸਾਧੂਆਂ ਦੇ ਅੱਡੇ ਉੱਤੇ ਪਹੁੰਚੇ, ਪਰ ਉਹ ਨਾ ਮਿਲੇ। ਗੰਗਾ ਦੇ ਕਿਨਾਰੇ 10 ਪਈ ਉੱਧਰ ਗਏ। ਜਦੋਂ ਨੇੜੇ ਗਏ ਤਾਂ ਕੀ ਦੇਖਦੇ ਹਨ? ਕਬੀਰ ਜੀ ਚੌਂਕੜਾ ਮਾਰ ਕੇ ਸਮਾਧੀ ਲਾਈ ਬੈਠੇ ਹਨ। ਸੂਰਤ ਰਾਮ ਦੇ ਚਰਨਾਂ ਨਾਲ ਜੁੜੀ ਹੈ। ਨੈਣ ਬੰਦ ਹਨ। 10ਵੇਂ ਦੁਆਰ ਪੁੱਜੇ ਹੋਏ ਆਪਣੇ ਰਾਮ ਜੀ ਦਾ ਜਸ ਕਰ ਰਹੇ ਹਨ। ਨਫਰਾਂ ਨੇ ਜਾ ਕੇ ਆਵਾਜ਼ਾਂ ਦਿੱਤੀਆਂ, ਕਬੀਰ ਜੀ, ਕਬੀਰ ਜੀ। 5ਵੀਂ ਆਵਾਜ਼ੇ ਕਬੀਰ ਜੀ ਨੇ ਨੈਣ ਖੋਲ੍ਹੇ। ਨਫਰਾਂ ਵੱਲ ਦੇਖਿਆ, ਘਰ ਅਰ ਜ਼ਬਾਨੋਂ ਕੁਝ ਨਹੀਂ ਬੋਲੇ। ਨਫਰਾਂ ਨੇ ਬੇਨਤੀ ਕੀਤੀ, ਮਹਾਰਾਜ, ਬਾਦਸ਼ਾਹ ਸਿਕੰਦਰ ਲੋਧੀ ਆਪ ਨੂੰ ਯਾਦ ਕਰਦੇ ਹਨ। ਉਹ ਆਪ ਕੋਲੋਂ ਖਿਮਾ ਮੰਗਣਾ ਚਾਹੁੰਦੇ ਹਨ। ਯਾਦ ਕਰਦੇ ਨੇ? ਕਿਉਂ? ਕਬੀਰ ਜੀ ਨੇ ਪੁੱਛਿਆ। ਉਹ ਬਾਦਸ਼ਾਹ, ਅਸੀਂ ਰਾਮ ਦੇ ਸੇਵਕ, ਮਹਾਰਾਜ, ਦਰਸ਼ਨ ਕਰਨ ਵਾਸਤੇ। ਵਾਹ ਮੇਰੇ ਰਾਮ, ਤੇਰੀ ਮਹਿਮਾ ਅਪਰਪਾਰ ਹੈ, ਭੁੱਲਿਆਂ ਨੂੰ ਰਾਹੇ ਪਾ ਦਿੰਦਾ ਹੈ। ਮੇਰੇ ਦਰਸ਼ਨ? ਇੱਕ ਕਬੀਰ ਜੁਲਾਹੇ ਦੇ ਦਰਸ਼ਨ? ਇਹ ਤਾਂ ਰਾਮ ਹੀ ਜਾਣੇ। ਅੱਛਾ, ਚਲੋ ਭਾਈ, ਚੱਲਦੇ ਹਾਂ। ਮੇਰੇ ਰਾਮ ਦੀ ਇਹੋ ਆਗਿਆ ਹੈ। ਕਬੀਰ ਜੀ ਸ਼ਾਹੀ ਨਫਰਾਂ ਨਾਲ ਬਾਦਸ਼ਾਹ ਦੇ ਡੇਰੇ ਪੁੱਜੇ, ਪਰ ਬਾਦਸ਼ਾਹ ਅੱਗੋਂ ਨੰਗੀ ਪੈਰੀ ਸਵਾਗਤ ਕਰਨ ਵਾਸਤੇ ਆਇਆ। ਉਸਨੇ ਝੁੱਕ ਕੇ ਕਬੀਰ ਨੂੰ ਸਲਾਮ ਕੀਤੀ। ਅੱਗੇ ਤਾਂ ਆਪ ਸਲਾਮ ਕਰਾਉਣ ਵਾਸਤੇ ਕਬੀਰ ਨੂੰ ਮੌਤ ਦਾ ਹੁਕਮ ਦਿੰਦਾ ਸੀ, ਹੁਣ ਆਪ ਕਬੀਰ ਜੀ ਦੀ ਚਰਨੀ ਲੱਗਾ। ਬੜੇ ਆਦਰ ਨਾਲ ਆਪਣੇ ਤੰਬੂ ਵਿੱਚ ਕਬੀਰ ਜੀ ਨੂੰ ਲੈ ਗਿਆ। ਸਤਿਕਾਰ ਨਾਲ ਬਿਠਾ ਕੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਤੇ ਭੁੱਲਾਂ ਦੀ ਖਿਮਾ ਮੰਗੀ। ਕਬੀਰ ਜੀ ਨੂੰ ਉਸ ਨੂੰ ਨੇਕੀ ਕਰਨ ਦਾ ਉਪਦੇਸ਼ ਦਿੱਤਾ। ਕਬੀਰ ਜੀ ਨੇ ਆਪਣੇ ਸੁਭਾਅ ਅਨੁਸਾਰ ਉਪਦੇਸ਼ ਦਿੱਤਾ। ਕਬੀਰ ਜੀ ਹੱਸ ਕੇ ਬੋਲੇ, ਇਹ ਦੁਨੀਆ ਦੇ ਬਾਦਸ਼ਾਹ, ਤੁਸਾਂ ਇਹ ਕਿਹਾ ਕਿ ਕਬੀਰ ਮੰਗ ਲਵੇ ਜੋ ਕੁਝ ਮੰਗਣਾ ਚਾਹੁੰਦੇ ਹੋ। ਤੁਸਾਂ ਕੋਲ ਧਰਤੀ ਹੈ, ਦੌਲਤ ਹੈ, ਸੋਨਾ ਚਾਂਦੀ ਹੈ, ਪਰ ਜਦੋਂ ਅਸੀਂ ਧਿਆਨ ਕਰਕੇ ਤੱਕਦੇ ਹਾਂ ਤਾਂ ਨਜ਼ਰ ਪੈਂਦਾ ਕਿ ਇਹ ਮਾਇਆ ਹੈ ਜੋ ਥਿਰ ਨਹੀਂ ਰਹਿਣੀ। ਨਾ ਰਾਜ ਥਿਰ ਰਹਿਣਾ ਤੇ ਨਾ ਦੌਲਤ। ਧਰਤੀ ਤੇ ਕਈ ਆਏ ਕਈ ਗਏ। ਤੁਸਾਂ ਦਾ ਦਾਵਾ ਵੀ ਕੂੜ ਦਾ ਹੈ।
ਕੀ ਪਤਾ ਕਿੰਨਾ ਚਿਰ ਰਹਿਣਾ ਹੈ। ਹੋਰ ਕੋਈ ਬਲਵਾਨ ਰਾਜਾ ਜਾਂ ਬਾਦਸ਼ਾਹ ਆ ਜਾਵੇ, ਉਹ ਤੁਸਾਂ ਨੂੰ ਧਰ ਕੇ ਲੈ ਜਾਵੇ। ਇਹ ਉਹ ਬਾਦਸ਼ਾਹ ਸਿਕੰਦਰ ਲੋਧੀ ਨੂੰ ਉਪਦੇਸ਼ ਕਰਦੇ ਹੋਏ ਉਦਾਹਰਨ ਦਿੰਦੇ ਹਨ। ਦੁਨੀਆ ਦੇ ਵਿੱਚ ਲੰਕਾ ਦਾ ਪਾਤਸ਼ਾਹ ਹੋਇਆ ਹੈ ਰਾਵਣ। ਉਸ ਦੀ ਲੰਕਾ 'ਤੇ ਐਡਾ ਵੱਡਾ ਕਿਲ੍ਹਾ ਸੀ ਕਿ ਉਸ ਦੇ ਚੌਗਿਰਦੇ ਸਮੁੰਦਰ ਵਰਗੀ ਖਾਈ ਖਲ ਪੁੱਟੀ ਹੋਈ ਸੀ, ਭਾਵ ਉਸ ਨੂੰ ਕੋਈ ਜਿੱਤ ਨਹੀਂ ਸੀ ਸਕਦਾ। ਪਰ ਉਸ ਰਾਵਣ ਦੇ ਘਰ ਦਾ ਅੱਜ ਕੋਈ ਪਤਾ ਨਹੀਂ ਲੱਗਦਾ। ਕੀ ਮੰਗਾ, ਕੁਝ ਰਹਿਣ ਵਾਲਾ ਨਜ਼ਰ ਨਹੀਂ ਆਉਂਦਾ। ਦੇਖਦੇ ਦੇਖਦੇ ਸਭ ਕੁਝ ਤੁਰਿਆ ਜਾ ਰਿਹਾ ਹੈ, ਸਭ ਤੁਰੇ ਜਾ ਰਹੇ ਹਨ। ਉਸੇ ਰਾਵਣ ਦੇ ਜਿਸ ਦੀ ਮੈਂ ਗੱਲ ਕੀਤੀ 1 ਲੱਖ ਪੁੱਤਰ ਸਨ ਤੇ 1.25 ਲੱਖ ਧੀਆਂ ਸਨ। ਪਰ ਜਦੋਂ ਸ਼੍ਰੀ ਰਾਮਚੰਦਰ ਨਾਲ ਯੁੱਧ ਹੋਇਆ ਤਾਂ ਉਸ ਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਾ ਰਿਹਾ। ਤੁਸੀਂ ਤਾਂ ਬਾਦਸ਼ਾਹ ਅਜੇ ਛੋਟੇ ਹੋ। ਉਸ ਰਾਵਣ ਨੇ ਤਪੱਸਿਆ ਦੇ ਬਲ ਨਾਲ ਐਸੀ ਸ਼ਕਤੀ ਪ੍ਰਾਪਤ ਕੀਤੀ ਸੀ ਕਿ ਚੰਦ ਤੇ ਸੂਰਜ ਉਸ ਦੀ ਰਸੋਈ ਪਕਾਉਂਦੇ ਸਨ, ਅੱਗ ਕੱਪੜੇ ਧੋਂਦੀ ਸੀ, ਭਾਵ ਕੁਦਰਤੀ ਸ਼ਕਤੀਆਂ ਵੀ ਉਸ ਦੇ ਆਖੇ ਲੱਗਦੀਆਂ ਸਨ। ਦੇਖੋ, ਜਦੋਂ ਐਸੇ ਲੋਕ ਨਹੀਂ ਰਹੇ ਤਾਂ ਹੋਰ ਕੀ ਰਹਿ ਜਾਣਾ। ਐਵੇਂ ਹੰਕਾਰ ਕਰਨਾ, ਰਾਮ ਭਗਤਾਂ ਨੂੰ ਦੁੱਖ ਦੇਣਾ, ਇਹ ਤਾਂ ਪਾਤਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ। ਜੀਵਨ ਦੀ ਸੱਚਾਈ ਦੀ ਲੋੜ ਹੈ। ਇਸ ਵਾਸਤੇ ਹਰ ਇੱਕ ਨੂੰ ਸੁਣ ਕੇ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਕੂੜ ਹੈ। ਕੂੜ ਚਮਤਕਾਰ ਜ਼ਰੂਰ ਦਿਖਾਉਂਦਾ ਹੈ, ਪਰ ਅੰਤ ਖੇਹ ਦੀ ਖੇਹ ਹੈ। ਕੀ ਪਤਾ ਕਿਸ ਸ਼ੁਭ ਕਰਮ ਕਰਨ ਨਾਲ ਆਪ ਨੂੰ ਰਾਜ ਮਿਲਿਆ। ਅੱਗੇ ਸ਼ੁਭ ਕਰਮ ਕਰੋ ਤਾਂ ਕਿ ਕਿਸੇ ਲੇਖੇ ਜੀਵਨ ਪਵੇ, ਧਰਮ ਦਾ ਰਾਜ ਹੋਏ। ਧਰਮ ਹੀ ਤਾਂ ਮਨੁੱਖ ਦਾ ਨਿਸ਼ਾਨਾ ਹੈ। ਐਸੇ ਉਪਦੇਸ਼ ਸੁਣ ਕੇ ਬਾਦਸ਼ਾਹ ਸਿਕੰਦਰ ਲੋਧੀ ਨੂੰ ਕੁਝ ਹੋਸ਼ ਆਈ। ਗਿਆਨ ਹੋਇਆ ਤਾਂ ਕਬੀਰ ਜੀ ਦਾ ਸਤਿਕਾਰ ਕਰਦਾ ਹੋਇਆ ਕਾਂਸ਼ੀ ਤੋਂ ਚਲਾ ਗਿਆ। ਕਬੀਰ ਜੀ ਦੇ ਜਸ ਦਾ ਡੰਕਾ ਸਾਰੇ ਵੱਜ ਗਿਆ। ਹਰ ਪਾਸੇ ਸ਼ੋਭਾ ਹੋਣ ਲੱਗੀ, ਰਾਮ ਧੁਨੀ ਗਾਏ ਜਾਣ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।